तेरे कवन कवन गुण कह कह गावां, तू साहिब गुणी निधाना। तुमरी महिमा बरन ना साको, तू ठाकुर ऊच भगवाना। ज्ञान ध्यान किश कर्म न जाना, सार ना जाना तेरी। सब ते वड्डा सतगुर नानक, जिन कल राखी मेरी। रे मन राम स्यों कर प्रीत, सरवन गोबिंद गुण सुनो। अर गाओ रसना गीत, सरवन गोविंद गुण सुना। अर गाओ रसना गीत। युगो युग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਆਪ ਬੜੇ ਹੀ ਧੰਤਾ ਦੇ ਪਾਤਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵੈਸ਼ਾਲੀ ਨਗਰ ਵਿਖੇ ਸਾਹਿਬ ਦੇ ਚਰਨਾਂ ਵਿੱਚ ਬੈਠ ਕਰਕੇ ਜੀਵਨ ਨੂੰ ਸਫਲ ਕਰ ਰਹੇ ਹੋ। ਆਪ ਜੀ ਨੇ ਰਾਗੀ ਸਿੰਘਾਂ ਦੇ ਪਾਸੋਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ। ਬੜੇ ਹੀ ਪਿਆਰ ਪ੍ਰੇਮ ਅਦਬ ਦੇ ਨਾਲ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਲਾਹਾ ਲਿਆ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਦੀਵਾਨ ਸਜੇ ਨੇ, ਆਪ ਜਿੰਨੀਆਂ ਵੀ ਸੰਗਤਾਂ ਆਪਣੇ ਗ੍ਰਹਿ ਦੇ ਵਿੱਚੋਂ ਚੱਲ ਕਰ ਸਤਿਗੁਰੂ ਦੇ ਚਰਨਾਂ ਵਿੱਚ ਆਏ ਹੋ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਮਰਪਿਤ ਇਸ ਦੀਵਾਨ ਦੇ ਵਿੱਚ ਜੁਟ ਕੇ ਸਾਹਿਬ ਦੇ ਚਰਨਾਂ ਵਿੱਚ ਬਿਰਾਜੇ। ਜਿੱਥੇ ਅਸੀਂ ਤਨ ਦੇਹੀ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਮਨ ਦੀਆਂ ਬਿਰਤੀਆਂ ਸਾਹਿਬ ਦੇ ਚਰਨਾਂ ਦੇ ਵਿੱਚ ਇਕਾਗਰ ਕਰੀਏ। ਸਤਿਗੁਰੂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਸਾਰੇ ਪਿਆਰ ਪ੍ਰੇਮ ਅਦਬ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਇੱਕ ਬਚਨ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਇਹ ਗੁਣ ਬਖਸ਼ੇ ਨੇ।
ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਸੰਗਤ ਨੂੰ ਇੱਕ ਉੱਚਾ ਦਰਜਾ ਜਿਹੜਾ ਇਹ ਸਿੱਖ ਜਗਤ ਦੇ ਵਿੱਚ ਬਖਸ਼ਿਸ਼ ਕੀਤਾ ਕਿ ਸੱਚੇ ਗੁਰੂ ਦੀ ਸੰਗਤ ਕਰਨ ਦੇ ਨਾਲ ਜੀਵਨ ਵਿੱਚ ਚੰਗੇ ਗੁਣ ਪੈਦਾ ਹੁੰਦੇ ਨੇ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਜੀਵਨ ਦੇ ਵਿੱਚ ਬੰਦੇ ਦੇ ਸੱਚੇ ਗੁਰੂ ਦੀ ਸੰਗਤ ਪ੍ਰਾਪਤ ਕਰਨ ਦੇ ਨਾਲ ਚੰਗੇ ਗੁਣ ਪੈਦਾ ਹੁੰਦੇ। ਜੇ ਅਸੀਂ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਦੀ ਸੰਗਤ ਪ੍ਰਾਪਤ ਕਰਕੇ, ਉਸ ਸੱਚੇ ਦੀ ਸੰਗਤ ਨੂੰ ਪ੍ਰਾਪਤ ਕਰਕੇ ਚੰਗੇ ਗੁਣ ਜੀਵਨ ਵਿੱਚ ਪ੍ਰਾਪਤ ਕਰਦੇ ਹਾਂ ਤੇ ਉਸੇ ਹੀ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਸਾਡੀ ਸੁਰਤ ਉਸ ਪਰਮਾਤਮਾ ਦੇ ਨਾਮ ਤੱਕ ਕਾਇਮ ਹੁੰਦੀ। ਸੋ ਮੈਂ ਆਪ ਜੀ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਗੁਰਬਾਣੀ, ਉਹਨਾਂ ਦੀ ਜੀਵਨ ਦੀ ਮਹਿਮਾ ਤੇ ਥੋੜਾ ਇੱਕ ਸੰਖੇਪ ਝਲਕਾਂ ਆਪਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਵੀ ਲਵਾਂਗੇ। ਸੋ ਇਸ ਲੜੀਬੱਧ ਨੂੰ ਮੈਂ ਆਰੰਭ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਨਮ ਤੱਕ ਜਿਹੜੀ ਇਹ ਵਿਚਾਰ ਲੈ ਕੇ ਆਵਾਂਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਦੋਂ ਅਸੀਂ ਪਿਛੋਕੜ ਨੂੰ ਦੇਖਦੇ ਹਾਂ ਕਿ ਉਹਨਾਂ ਦੀ ਉਪਮਾ, ਉਹਨਾਂ ਦੀ ਵਡਿਆਈ ਗੁਰਬਾਣੀ ਦੇ ਵਿੱਚ ਅਨੇਕਾਂ ਹੀ ਫਰਮਾਨਾਂ ਦੇ ਵਿੱਚ ਦੇਖਣ ਨੂੰ ਮਿਲਦੀ। ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਕਿਤੇ ਨਾ ਕਿਤੇ ਘਾਲਣਾ ਕਮਾਈ ਨੂੰ ਤੱਕਿਆ ਗਿਆ। ਪਰ ਜਦੋਂ ਅਸੀਂ ਚੌਥੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਬਾਬਾ ਫਤਿਹ ਸਿੰਘ ਜੀ ਤੱਕ ਇਹ ਇੱਕੋ ਹੀ ਵੰਸ਼ ਜਿਹੜੀ ਚੱਲੀ ਹੈ, ਜਿਹਨੂੰ ਸੋਢੀ ਕੁਲ ਦੇ ਨਾਮ ਦੇ ਨਾਲ ਜਾਣਿਆ ਗਿਆ। ਭਾਈ ਗੁਰਦਾਸ ਜੀ ਆਖਦੇ ਨੇ, ਚੱਲੀ ਸੋਢੀ ਪੀੜ੍ਹੀਆਂ ਰੂਪ ਦਿਖਾਵਨ ਵਾਰੋ ਵਾਰੀ। ਇਹ ਬਚਨ ਜਿਹੜਾ ਭਾਈ ਗੁਰਦਾਸ ਜੀ ਬਿਆਨਦੇ ਨੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਜੀ ਆਜੂ ਹੈ, ਭਾਈ ਜੇਠਾ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ, ਭੈਣ ਤੇ ਭਰਾ ਦੀ ਜ਼ਿੰਮੇਵਾਰੀ ਸਿਰ ਤੇ ਆ ਕੇ ਪੈ ਗਈ। ਨਾਨੀ ਦੀ ਉਂਗਲ ਫੜ ਕੇ ਭਾਈ ਜੇਠਾ ਜੀ ਆਪਣੇ ਨਾਨਕੇ ਨਗਰ ਦੇ ਵਿੱਚ ਆਏ। ਜਦੋਂ ਨਾਨਕੇ ਨਗਰ ਦੇ ਵਿੱਚ ਆਏ, ਨਾਨੀ ਦੀ ਉਂਗਲ ਫੜ ਕੇ ਤੇ ਅੱਗੋਂ ਦੇਖੋ ਰਿਸ਼ਤਾ ਹੁੰਦਾ ਹੈ ਮਾਮਾ ਜੀ ਤੇ ਮਾਮੀ ਜੀ ਦਾ। ਮਾਮੀ ਨੇ ਗੱਲ ਕਹਿ ਦਿੱਤੀ ਹੈ ਭਾਈ ਜੇਠਾ ਜੀ ਦੀ ਨਾਨੀ ਜੀ ਨੂੰ ਕਿ ਤੁਸੀਂ ਇਹਦੀ ਉਂਗਲ ਫੜ ਕੇ ਇਹਨੂੰ ਆਪਣੇ ਇੱਥੇ ਘਰ ਵਿੱਚ ਲੈ ਆਏ, ਅਸੀਂ ਤਾਂ ਮਸਾਂ ਤੁਹਾਨੂੰ ਸਾਂਭਦੇ, ਅਸੀਂ ਇਹਨੂੰ ਕਿੱਥੋਂ ਸਾਂਭਾਂਗੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲ ਵੇਖ ਕਰਕੇ ਇਹ ਮਾਮੀ ਜੀ ਨੇ ਸ਼ਬਦ ਵਰਤੇ, ਅਸੀਂ ਤਾਂ ਆਪਣੇ ਘਰ ਦਾ ਮਸਾਂ ਗੁਜ਼ਾਰਾ ਕਰਦੇ ਹਾਂ, ਇਹਨੂੰ ਰੋਟੀ ਕਿੱਥੋਂ ਦੇਵਾਂਗੇ। ਨਾਨੀ ਦਾ ਪਿਆਰ ਹੁੰਦਾ ਹੈ ਦੋਤੇ ਦੇ ਨਾਲ, ਦੋਤੇ ਨੂੰ ਘੁੱਟ ਕੇ ਕਲੇਜੇ ਦੇ ਨਾਲ ਲਾਇਆ ਭਾਈ ਜੇਠਾ ਜੀ ਦੀ ਨਾਨੀ ਜੀ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਲਿਆਂਦਾ ਗਿਆ। ਇੱਥੇ ਆ ਕੇ ਨਾ ਸੰਗਤ ਕੀਤੀ, ਮਨ ਕਾਇਮ ਹੋ ਗਿਆ ਗੁਰੂ ਦੀ ਸੰਗਤ ਧਾਰਨ ਕਰਕੇ। ਇੱਕ ਵਾਰੀ ਸੰਗਤ ਕੀਤੀ ਸੀ ਤੇ ਭਾਈ ਜੇਠਾ ਜੀ ਦਾ ਮਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੁਟ ਚੁੱਕਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾ ਵੀ ਕਰਿਆ ਕਰਨੀ, ਆਪਣੀ ਕਿਰਤ ਵੀ ਕਰਦੇ ਸੀ। ਕਈ ਵਾਰੀ ਸਾਡੇ ਮਨ 'ਚ ਇਹ ਸ਼ੰਕਾ ਹੁੰਦੀ ਹੈ ਕਿ ਅਸੀਂ ਇੱਥੋਂ ਤੱਕ ਗੁਰੂ ਘਰ ਵਿੱਚ ਸੇਵਾ ਕਰੀ ਚੱਲੀਏ, ਸੇਵਾ ਕਰੀ ਚੱਲੀਏ, ਘਰ ਦੇ ਵਿੱਚ ਮਾਪੇ ਜਲ ਵੀ ਮੰਗਣ, ਪਾਣੀ ਦਾ ਗਲਾਸ ਮੰਗਣ, ਅਸੀਂ ਇਨਕਾਰ ਕਰਦੇ। ਇਸ ਗੱਲ ਨੂੰ ਸਮਝਿਓ ਜੀ, ਇਸ ਗੱਲ ਨੂੰ ਜ਼ਰੂਰ ਚਿੱਥਿਓ ਕਿ ਜਦੋਂ ਅਸੀਂ ਘਰ ਦੇ ਵਿੱਚ ਮਾਪਿਆਂ ਦੀ ਸੇਵਾ ਕਰਾਂਗੇ, ਗੁਰੂ ਦੁਆਰੇ ਵੀ ਕੀਤੀ ਸੇਵਾ ਸਫਲ ਹੈ ਤੇ ਪਰਿਵਾਰ ਦੇ ਵਿੱਚ ਮਾਪਿਆਂ ਦੀ ਕੀਤੀ ਵੀ ਸੇਵਾ ਸਫਲ ਹੈ। ਰਸਤਿਆਂ ਦੇ ਵਿੱਚ ਅਸੀਂ ਰਾਹਗੀਰਾਂ ਨੂੰ ਹੁਣ ਪਾਣੀ ਪਿਉਣ ਦੀ ਸੇਵਾ ਕਰਦੇ ਹਾਂ। ਸੇਵਾ ਵੀ ਦੇਖੋ ਜੀ ਕਈ ਉੱਤਮ ਦਰਜਾ ਜਿਹੜਾ ਇਹਨਾਂ ਉੱਚਾ ਵਸੂਲਦੀ ਹੈ। ਰਸਤਿਆਂ ਦੇ ਵਿੱਚ ਰਾਹਗੀਰਾਂ ਨੂੰ ਅਸੀਂ ਠੰਡਾ ਜਲ ਪਿਉਣੇ ਹਾਂ, ਘਰ ਦੇ ਵਿੱਚ ਮਾਂ ਜਲ ਮੰਗੇ, ਪਿਤਾ ਜਲ ਮੰਗੇ, ਇਨਕਾਰ ਕਰਦੇ ਹਾਂ, ਕਹਿੰਦੇ ਸੇਵਾ ਨਹੀਂ।
ਜੇ ਮਾਪਿਆਂ ਦੀ ਸੇਵਾ ਤੇ ਰਾਹਗੀਰਾਂ ਨੂੰ ਜਲ ਪਿਆਉਣ ਦੀ ਸੇਵਾ ਕਰਾਂਗੇ ਉਹ ਵੀ ਉੱਤਮ ਹੈ। ਪਹਿਲਾਂ ਮਾਪੇ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵੀ ਕਰਨੀ ਤੇ ਜ਼ਿੰਮੇਵਾਰੀ ਨੂੰ ਸਮਝਿਆ। ਭੈਣ ਤੇ ਭਰਾ ਦੀ ਜ਼ਿੰਮੇਵਾਰੀ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਿਆ ਕਰਨਾ। ਘੁੰਗਣੀਆਂ ਵੇਚਦੇ ਸੀ ਤੇ ਇੱਕ ਦਿਨ ਸਮਾਂ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਮਾਤਾ ਰਾਮ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਮੇਰੇ ਸਿਰ ਦੇ ਸਾਈਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਦੱਸੋ ਕੀ ਗੱਲ ਹੈ। ਮਾਤਾ ਜੀ ਕਹਿਣ ਲੱਗੇ ਸਿਰ ਦੇ ਸਾਈਂ ਤੁਹਾਨੂੰ ਚਿੰਤਾ ਨਹੀਂ ਹੈ, ਬੱਚੇ ਜਵਾਨ ਹੋ ਗਏ ਨੇ, ਧੀਆਂ ਜਵਾਨ ਹੋ ਗਈਆਂ ਨੇ, ਮਾਂ ਨੂੰ ਨੀਂਦ ਕਿੱਥੋਂ ਆਵੇਗੀ ਧੀ ਜਵਾਨ ਹੋ ਜਾਵੇ ਤਾਂ। ਵਿਆਹ ਦੀ ਚਿੰਤਾ ਏ, ਆਨੰਦ ਕਾਰਜ ਦੀ ਚਿੰਤਾ ਪੈ ਗਈ। ਕਹਿਣ ਲੱਗੇ ਚੰਗੇ ਵਰ ਦੀ ਲੋੜ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਘੁੰਗਣੀਆਂ ਵੇਚ ਰਹੇ ਸੀ, ਪੁਕਾਰ ਕੀਤੀ ਇਹਨਾਂ ਨੇ, ਆਵਾਜ਼ ਦੇ ਰਹੇ ਨੇ। ਸਤਿਗੁਰੂ ਜੀ ਦੇ ਨਾਲ ਦੇਖੋ ਉਹਨਾਂ ਦੇ ਮਹਿਲ ਇਹ ਬਚਨ ਸਾਂਝੇ ਕਰ ਰਹੇ ਸੀ, ਮਹਿਲ ਧਰਮ ਪਤਨੀ। ਤੇ ਜਦੋਂ ਦੇਖਿਆ ਨਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲ, ਕਹਿੰਦੇ ਨੇ ਕਿ ਇਹਦੇ ਵਰਗੇ ਵਰ ਦੀ ਲੋੜ ਹੈ ਸਾਡੀ ਧੀ ਨੂੰ, ਮਾਤਾ ਭਾਨੀ ਜੀ ਨੂੰ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਹ ਸੰਗਤ ਕਰਦੇ ਨੇ, ਇਹ ਸਾਡਾ ਜੇਠਾ ਹੈ, ਪਿਆਰਾ ਨਿਮਾਣਾ ਸਿੱਖ, ਤੇ ਇਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਜੇ ਇਸ ਵਰਗੇ ਵਰ ਦੀ ਲੋੜ ਹੈ ਤੇ ਆਪਾਂ ਕਿਉਂ ਨਹੀਂ ਆਪਣੀ ਧੀ ਦਾ ਪੱਲਾ ਜਿਹੜਾ ਹੈ ਇਹਨੂੰ ਫੜਾ ਦਈਏ। ਪਿਤਾ ਨੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਆਖਰਕਾਰ ਦੇਖੋ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਆਨੰਦ ਕਾਰਜ ਜਿਹੜਾ ਹੈ ਮਾਤਾ ਭਾਨੀ ਜੀ ਦਾ ਹੁੰਦਾ। ਇਹਨਾਂ ਦੇ ਘਰ ਬਾਬਾ ਪ੍ਰਿਥੀ ਚੰਦ ਜੀ ਦਾ ਜਨਮ ਹੁੰਦਾ, ਵੱਡੇ ਪੁੱਤਰ। ਬਾਬਾ ਮਹਾਦੇਵ ਜੀ ਫਿਰ ਦੂਜੇ ਪੁੱਤਰ ਦਾ ਜਨਮ ਹੁੰਦਾ ਹੈ ਤੇ ਤੀਸਰੇ ਪੁੱਤਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਸੰਗਤਾਂ ਨੇ ਬੜੀ ਧੂਮ-ਧਾਮ ਉਤਸ਼ਾਹ ਦੇ ਨਾਲ ਮਨਾਇਆ। ਕੱਲ ਦੇ ਦਿਨ ਜਿਹੜਾ ਲੰਘ ਗਿਆ, ਕੱਲ ਦੇ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਮਾਤਾ ਭਾਨੀ ਜੀ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 1563 ਈਸਵੀ ਨੂੰ ਗੋਇੰਦਵਾਲ ਦੀ ਪਾਵਨ ਧਰਤੀ ਤੇ ਹੋਇਆ। ਸਤਿਗੁਰੂ ਦੀ ਰਹਿਮਤ ਅੱਜ ਦੇਖੋ ਬਰਸ ਚੁੱਕੀ ਹੈ। ਤਿਵੇਂ ਤਿਵੇਂ ਸਮਾਂ ਜਿਹੜਾ ਇਹ ਬਤੀਤ ਹੁੰਦਾ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਘਾਲਣਾ ਕਮਾਈ ਨੂੰ ਦੇਖਦਿਆਂ ਹੋਇਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ। ਅਸੀਂ ਸਾਰੇ ਜਾਣਦੇ ਹਾਂ ਜਦੋਂ ਬੌਲੀ ਦਾ ਨਿਰਮਾਣ ਹੋਇਆ ਸੀ ਨਾ, ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿਰ ਦੇ ਉੱਪਰ ਗਾਰੇ ਦੇ ਬਾਲਟੇ ਚੱਕੇ ਸੀ। ਦਾੜਾ ਕਿੰਨਾ ਵੱਡਾ ਪ੍ਰਕਾਸ਼ ਹੈ ਉਹਨਾਂ ਦਾ, ਤੇ ਸਾਰਾ ਦਾੜਾ ਜਿਹੜਾ ਇਹ ਗਾਰ ਦੇ ਨਾਲ ਭਰਿਆ ਹੋਇਆ ਹੈ। ਇਹਨਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਆਏ, ਪੁੱਛਣ ਲੱਗੇ, ਕਹਿਣ ਲੱਗੇ ਇੱਥੇ ਭਾਈ ਜੇਠਾ ਜੀ ਨੂੰ ਮਿਲਣਾ ਹੈ, ਘਰ ਜਵਾਈ ਹੈ ਨਾ। ਇਹ ਸੋਚ ਕੇ ਆਏ ਸੀ। ਇਹਨਾਂ ਨੇ ਆਖਿਆ ਕਿ ਅਸੀਂ ਤੱਕਾਂਗੇ ਭਾਈ ਜੇਠਾ ਜੀ ਨੂੰ, ਕਿਤੇ ਨਾ ਕਿਤੇ ਆਰਡਰ ਦਿੰਦੇ ਹੋਣਗੇ, ਘਰ ਜਵਾਈ ਬਣੇ ਨੇ ਨਾ, ਤੇ ਸਾਨੂੰ ਵੀ ਜਲ ਪਾਣੀ ਕਿਤੇ ਨਾ ਕਿਤੇ ਪਲੰਘ ਤੇ ਬਿਠਾ ਕੇ ਜਿਹੜਾ ਪਿਆਇਆ ਜਾਵੇਗਾ। ਭਾਈ ਜੇਠਾ ਜੀ ਸਾਹਮਣੇ ਆਏ, ਗਾਰੇ ਦੇ ਨਾਲ ਸਾਰਾ ਦਾੜਾ ਜਿਹੜਾ ਲਿਬੜਿਆ ਹੋਇਆ ਹੈ, ਸੇਵਾ ਕਰ ਰਹੇ ਨੇ, ਸਿਰ ਦੇ ਉੱਪਰ ਬਾਲਟਾ। ਪੁੱਛਣ ਲੱਗੇ ਭਾਈ ਜੇਠਾ ਜੀ ਨੂੰ ਮਿਲਣਾ, ਕਹਿਣ ਲੱਗੇ ਤਾਇਆ ਜੀ ਤੁਹਾਡਾ ਜੇਠਾ ਮੈਂ ਹੀ ਹਾਂ, ਦੱਸੋ ਕੀ ਹੁਕਮ ਹੈ। ਤੇ ਕਹਿਣ ਲੱਗੇ ਤੂੰ ਸਾਡਾ ਜੇਠਾ ਨਹੀਂ, ਇੰਨਾ ਘਿਰਨਾ ਜਿਹੜਾ ਨੀਵਾਂ ਕੰਮ ਕਰਦਾ ਪਿਆ ਹੈ, ਤੈਨੂੰ ਇਸ ਕਰਕੇ ਅਸੀਂ ਇਸ ਘਰ ਦੇ ਵਿੱਚ ਭੇਜਿਆ, ਪਰ ਉੱਥੇ ਸੇਵਾ ਸੀ, ਘਾਲਣਾ ਸੀ, ਕਮਾਈ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਹਿਣ ਲੱਗੇ ਹੱਥ ਜੋੜ ਕੇ ਸਾਨੂੰ ਨਹੀਂ ਪਤਾ ਦਾਤਾ, ਤੁਸੀਂ ਜਾਣੀ ਜਾਣ। ਉਸੇ ਸੇਵਾ ਘਾਲਣਾ ਨੂੰ ਦੇ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ। ਜਦੋਂ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਨੇਤਰਾਂ ਚੋਂ ਨੀਰ ਵੀ ਕਿਰਿਆ। ਉਹ ਇਹ ਨਹੀਂ ਸੀ ਕਿ ਗਰੀਬੀ ਦਾਵਾ ਸੀ ਕਿ ਅਸੀਂ ਕਿਤੇ ਨਾ ਕਿਤੇ ਡੋਲਦੇ ਪਏ ਸੀ, ਉਹ ਇਹ ਸੀ ਕਿ ਘਾਲਣਾ ਕਮਾਈ ਵੀ ਕੀਤੀ ਤੇ ਦਾਤਾ ਤੇਰੀ ਦਾਤ ਵੀ ਘਰ ਦੀ ਪ੍ਰਾਪਤ ਹੋ ਗਈ। ਕਿਤੇ ਨਾ ਕਿਤੇ ਮਨ 'ਚ ਅਦਬ ਥੋੜਾ 100 ਚੋਂ 20% ਕਿਤੇ ਮਨ 'ਚ ਆਈ ਕਿ ਗਰੀਬੀ ਦਾਵਾ ਸੀ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸੀ, ਥਾਂ ਥਾਂ ਦੀਆਂ ਠੋਕਰਾਂ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਿੱਦਣ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ, ਨੇਤਰਾਂ ਚੋਂ ਨੀਰ ਵੀ ਕਿਰਿਆ, ਉਦਣ ਵਡਿਆਈ ਮਿਲੀ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਗੁਰਬਾਣੀ ਵਿੱਚ ਉੱਚੀ ਜਿਹੜੀ ਹੈ ਨਾ ਬਿਆਨੀ ਗਈ। ਕਿਤੇ ਆਖਰਕਾਰ ਸਮਾਂ
अज असी नौजवान देखो पीढ़ी डोल जाती है ना कि गरीबी दा वा काम कर किता असी कहने कि बहुत घट मिलता है। स्ट्रगल जिंदगी में करना सीख लीए। जे स्ट्रगल सीखना है तो धन गुरु रामदास महाराज जी का जीवन पढ़िए। जिन्नी उन्हां गरीबी देखी अज के समय कोई गरीबी देख नहीं रहा। गुरु सी अज असी उस अस्थान ते जदों नमस्तक होने आ ते सोचीए सतगुरु जी एडी पदवी दे मालक ते गलियां दे विच घुंगणियां वेचदे रहे, तुसीं सिर दे उपर गारे दे बाल्टे चुकदे रहे, इन्नी वड्डी उपमा। इस घालना नूं देख के गुरता गद्दी मिली ते सतगुरु गुरु रामदास महाराज जी ने अपने तीसरे सपुत्र धन श्री गुरु अर्जुन देव महाराज जी नूं गुरता गद्दी दित्ती सी। जदों छोटी जी आजू धन श्री गुरु अर्जुन देव महाराज जी इन्हां दा आगमन होया गोइंदवाल दी पावन धरती ते, तक्को किते ना किते इन्हां दे नाना जी रिश्ते विच जिहड़े लगदे ने ना सतगुरु गुरु अमरदास महाराज कहंदे सेवावां ते कराउने अपनी धी दे घर भी अज चाला पा के आउने। अपनी धी बीबी भानी दे घर आए, गोइंदवाल दी पावन धरती दी ये गाथा है। जदों आए छोटी जी आजू है सालक दे होने, मसां 1.5 साल दी आजू है, शहीदां दे सरताज दे। सतगुरु जी पलंग ते सुभाएमान होए ते धी बीबी भानी जी प्रशादा जल पानी तैयार कर रहे सी अपने पिता जी दे वास्ते सत्कार वजों। पलंग ते बैठे ने ते प्रशादा तैयार कर रहे। सतगुरु छोटी जी आजू खेडदे खेडदे ना बॉल गेंद दे नाल देखो जी पलंग दे लागे आए। पलंग दे थले गेंद गई इन्हां दी, पलंग नूं हथ पाया। छोटा बच्चा आखिरकार किसी चीज़ का सहारा लैंदा है। सतगुरु गुरु अर्जन देव महाराज जी ने पलंग नूं हथ पाया ते पलंग कहंदे वो हिल चुकिया है। गुरु अमरदास महाराज जी कहन लगे ये कौन है पुरख भारी जिन्ने मंजी हलाई साडी सारी। कहंदे कौन है पुरख भारी। बीबी भानी जी आए दौड़े, कहन लगे पिता जी ये मेरा पुत्र है, तुहाडा दोता है। सतगुरु तीसरे पिता ने चुक्या अपनी गोद दे विच, कहन लगे कलेजे नाल ला के दोता नहीं तो बाणी का बोता है। सतगुरु दी ये रहमत है, कृपा है। अज असीं गुरबाणी नूं सरवण करते हैं, गुरबाणी पढ़ते हैं तो सतगुरु गुरु अर्जन देव महाराज जी की दात सी कि जिहड़ी रामसर दे कंढे ते सतगुरु जी ने किते ना किते पहले समय आद बीड़ की रचना की सी। 973 अंग सिखां दी झोली विच पाए, 30 रागां दे विच पावन बाणी जिहड़ी पहले ग्रंथ दे विच जिहड़ी सानू बख्शिश की। सतगुरु गुरु अर्जन देव महाराज जी की देन है। सतगुरु गुरु अर्जन देव महाराज जी का समा इस तरह बतीत हुंदा गया सवावां दे विच। जदों समा बतीत होया मात गंगा जी दे नाल इन्हां दा आनंद कारज हुंदा। इन्हां दे घर बाबा बुढ़ा साहब जी दी अरदास दे नाल मेरी पीरी दे मालक दा जन्म हुंदा है, सतगुरु गुरु हरगोबिंद पातशाह जी दा। सतगुरु दा समा बतीत होया 6वें पिता दा ते इन्हां दे घर सपुत्रा ने जन्म लिया है, एक धी ने जन्म लिया। पहले पुत्र बाबा गुरदित्ता जी का जन्म होया। समा बतीत होंदे होंदे इसे तरह किते ना किते दूसरे पुत्रा ने जन्म लिया। बाबा गुरदित्ता जी, माता वीरो जी, बाबा सूरजमल जी, बाबा अणी राय जी, बाबा अटल राय जी, बाबा त्यागमल जी। धन श्री गुरु तेग बहादुर महाराज। सतगुरु गुरु तेग बहादुर महाराज जी का जन्म गुरु के महल अमृतसर की धरती ते तक्को 21 अप्रैल 1621 ईस्वी नूं हुंदा है। माता नानकी जी की कुख दे विचों। सिख इतिहास दे विच माता नानकी जी के नाम दे नाल सानू थोड़ा जिहा अदब भुलेखा, थोड़ा जिहा किते भरम बन जाता है। ये शब्द हुंदा है मात जी। मात जी ते बेबे जी शब्दां दे अखरां दे विच बड़ा अर्थ जिहड़ा है ना बयानिया जाता है। हुण तक्को जिन्हां दी आजू वड्डी हुंदी है ना परिवार दे विच, जिवें गुरु नानक महाराज जी तो 5 साल वड्डे सी बेबे नानकी जी, उन्हां नूं बेबे शब्द दे नाम दे नाल जाणिया जांदा है। गुरु तेग बहादुर महाराज जी दे माता जी, इन्हां दा नाम ही देखो जी माता नानकी है। पर इत्थे शब्द जदों भी सिख वरते इत्थे शब्द माता नानकी वरते, बेबे नहीं। बेबे शब्द वरतना है तो गुरु नानक महाराज जी की भैन का जदों नाम उच्चारण करना उत्थे तखल्लस जिहड़ा सी वरत सकते। इन्ना को अंदाजा जिहड़ा है ना साडे मन दे विच समझ तौर ते अदा हो जाता। सतगुरु
ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਦੇਖੋ ਜੀ 21 ਅਪ੍ਰੈਲ ਨੂੰ ਅੰਮ੍ਰਿਤ ਵੇਲਾ ਹੈ, ਮਾਤਾ ਨਾਨਕੀ ਦੀ ਕੁੱਖ ਦੇ ਵਿੱਚੋਂ ਹੋਇਆ ਹੈ। ਪਹਿਲੇ ਪੁੱਤਰਾਂ ਦਾ ਵੀ ਜਨਮ ਹੋਇਆ। ਛੇਵੇਂ ਪਿਤਾ ਮੇਰੀ ਪੀਰੀ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਕਰਦੇ ਪਏ ਸੀ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਆਏ ਨੇ ਜਿੱਥੇ ਸਤਿਗੁਰੂ ਜੀ ਦਾ ਆਗਮਨ ਹੋਇਆ, ਮਾਤਾ ਜੀ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੋਦ ਦੇ ਵਿੱਚ ਲਿਆ। ਤੱਕਦੇ ਪਏ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਕਹਿੰਦੇ ਨੇ, ਸਿੱਖ ਪੁੱਛਣ ਲੱਗੇ, ਦਾਤਾ ਤੁਹਾਡੇ ਘਰ ਪਹਿਲੇ ਪੁੱਤਰਾਂ ਦਾ ਜਨਮ ਹੋਇਆ, ਧੀ ਨੇ ਜਨਮ ਲਿਆ, ਇੰਨੀ ਗੌਰ ਦੇ ਨਾਲ ਤੱਕਿਆ ਨਹੀਂ। ਬਾਬਾ ਤਿਆਗਮੱਲ ਜੀ ਨੂੰ ਬੜੇ ਪਿਆਰ ਤੇ ਪ੍ਰੇਮ ਅਦਬ ਦੇ ਨਾਲ ਤੱਕਦੇ ਪਏ। ਮੇਰੀ ਪੀਰੀ ਦੇ ਮਾਲਕ ਛੇਵੇਂ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿਣ ਲੱਗੇ, ਤੱਕੋ, ਕਹਿੰਦੇ ਇਹ ਉਹ ਬਾਲਕ ਹੈ ਕਿ ਜਿਨਨੇ ਜੀਵਨ ਦੇ ਵਿੱਚ ਬਹੁਤ ਕੁਝ ਸਹਿਣਾ ਹੈ ਤੇ ਇਹਦੀ ਸ਼ਰਨ ਵਿੱਚ ਆਇਆ ਜ਼ਰੂਰ ਕਰਨਗੇ। ਇੱਥੋਂ ਤੱਕ ਭੁੱਲੇ ਭੜਕੇ ਹੋਏ ਲੋਕ ਉਹਨਾਂ ਨੂੰ ਆਸਰਾ ਵੀ ਇਹ ਦਿਆ ਕਰੇਗਾ। ਕਹਿੰਦੇ ਇਹ ਉਹ ਬਾਲਕ ਹੈ ਜਿਨਨੇ ਆਪਣੇ ਜੀਵਨ ਦੇ ਵਿੱਚ ਬੜਾ ਕੁਝ ਸਹਿਣਾ ਹੈ। ਇਹਨਾਂ ਦੀ ਉਪਮਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਆਨਦੇ ਨੇ। ਅਸੀਂ ਅਰਦਾਸ ਦੇ ਵਿੱਚ ਰੋਜ਼ਾਨਾ ਸਤਿਗੁਰਾਂ ਜੀਆਂ ਨੂੰ ਯਾਦ ਕਰਦੇ ਹਾਂ ਨਾ, ਪਰ ਕਿਤੇ ਨਾ ਕਿਤੇ ਸੁਭਾਵਿਕ ਵਿਚਾਰ ਹੁੰਦੀ ਹੈ, ਜਿਸ ਥਾਂ ਦਾ ਕੋਈ ਵੀ ਮਨੁੱਖ ਰਹਿਣ ਵਾਲਾ ਹੋਵੇ ਨਾ, ਉਹ ਉੱਥੋਂ ਦਾ ਨਾਮ ਜਿਹੜਾ ਹੈ ਨਾ ਆਪਣੇ ਪੈਗੰਬਰ ਦਾ ਲਵੇਗਾ, ਆਪਣੇ ਇੱਥੋਂ ਤੱਕ ਗੁਰੂ ਦਾ ਲਵੇਗਾ। ਜਿੱਥੇ ਕਿਸੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ, ਚਾਹੇ ਉਹਨਾਂ ਨੇ ਸਮਾਂ ਬਤੀਤ ਕੀਤਾ ਹੋਵੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜ। ਸਾਡੇ ਮਨ ਵਿੱਚ, ਸਾਡੇ ਹਿਰਦੇ ਘਰ ਦੇ ਵਿੱਚ ਉਸੇ ਗੁਰੂ ਦਾ ਨਾਮ ਉਚਾਰਨ ਹੁੰਦਾ ਹੈ। ਅੱਜ ਵੀ ਤੱਕਿਓ ਅੰਮ੍ਰਿਤਸਰ ਦੀ ਧਰਤੀ ਦੇ ਰਹਿਣ ਵਾਲੇ ਤਤ ਜ਼ਿਆਦਾ ਨਾਮ ਜਿਹੜਾ ਏ ਬਾਬਾ ਦੀਪ ਸਿੰਘ ਜੀ ਦਾ ਹੋਵੇਗਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਤਰਨ ਤਾਰਨ ਦੀ ਧਰਤੀ ਦੇ ਰਹਿਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਉਚਾਰਦੇ ਨੇ। ਪਰ ਜੋਤ ਇੱਕ ਹੈ। ਪਰ ਕਿਤੇ ਨਾ ਕਿਤੇ ਜਿਸ ਅਸੀਂ ਥਾਂ ਦੇ ਵਸਨੀਕ ਹੋਈਏ, ਜਿਸ ਥਾਂ ਦੇ ਰਹਿਣ ਵਾਲੇ ਹੋਈਏ ਨਾ, ਉੱਥੋਂ ਦੇ ਅਸਥਾਨ ਦੇ ਨਾਲ ਬੰਦੇ ਦਾ ਮਨ ਕਾਇਮ ਹੁੰਦਾ ਹੈ ਤੇ ਸ਼ਰਧਾ ਦੇ ਵਜੋਂ ਉਹ ਨਾਮ ਜਿਹੜਾ ਹੈ ਉਸੇ ਹੀ ਗੁਰੂ ਦਾ ਉਚਾਰਦਾ ਹੈ। ਜਿੱਥੇ ਦੇਖੋ ਜੀ ਕਿਸੇ ਗੁਰੂ ਦਾ ਪ੍ਰਕਾਸ਼, ਜਿਸ ਅਸਥਾਨ ਤੇ ਕਿਸੇ ਗੁਰੂ ਨੇ ਤਪ ਕੀਤਾ ਹੋਵੇ, ਕਿਤੇ ਨਾ ਕਿਤੇ ਸ਼ਹਾਦਤ ਦਾ ਜੰਮ ਪੀਤਾ ਹੋਵੇ। ਦਿੱਲੀ ਦੀ ਧਰਤੀ ਤੇ ਦੇਖਦੇ ਹਾਂ, ਜਾਂ ਤੇ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਨਾਮ ਉਚਾਰਿਆ ਜਾਂਦਾ ਹੈ, ਜਾਂ ਤਤ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਉਚਾਰਿਆ ਜਾਂਦਾ। ਇਸੇ ਮਹਿਮਾ ਨੂੰ ਉਜਾਗਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾ ਸਾਨੂੰ ਅਰਦਾਸ ਦੇ ਪਹਿਲੇ ਬੰਦ ਦੇ ਵਿੱਚ ਵਡਿਆਈ ਬਖਸ਼ੀ। ਅਸੀਂ ਚੰਡੀ ਦੀ ਵਾਰ ਦੇ ਵਿੱਚ ਇਹ ਬੰਦ ਪੜ੍ਹਦੇ ਹਾਂ। ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਸਤਿਗੁਰੂ ਜੀ ਕਹਿੰਦੇ ਨੇ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਜਿਨਨੇ ਸੱਚੇ ਮਨ ਦੇ ਨਾਲ, ਪਿਆਰ ਦੇ ਨਾਲ, ਪ੍ਰੇਮ ਅਦਬ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਉਚਾਰਨ ਕਰ ਲਿਆ ਨਾ, ਮਨ ਕਰਕੇ ਜਾਂ ਹਿਰਦੇ ਦੇ ਵਿੱਚ ਯਤਨਸ਼ੀਲ ਹੋ ਕਰਕੇ, ਤੇ ਸਤਿਗੁਰੂ ਕਿਤੇ ਨਾ ਕਿਤੇ ਉਹਦੇ ਜੀਵਨ ਦੇ ਵਿੱਚ ਰਹਿਮਤਾਂ ਬਰਸਾ ਦਿੰਦੇ। ਚਾਹੇ ਅਸੀਂ ਮਾਨਸਿਕ ਤੌਰ ਤੇ ਦੇਖਦੇ ਹਾਂ, ਚਾਹੇ ਅਸੀਂ ਬਾਹਰੀ ਤੌਰ ਤੇ ਕਿਤੇ ਨਾ ਕਿਤੇ ਤਕੀਏ। ਬਾਹਰੀ ਤੌਰ ਤੇ ਅਸੀਂ ਪਰਿਵਾਰ, ਚਾਹੇ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਇਸ ਅੱਖਰਾਂ ਨੂੰ ਸਮਝਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ। ਕਹਿੰਦੇ 9 ਨਿਧ ਜਿਹੜੇ ਖਜ਼ਾਨੇ ਨੇ ਨਾ, ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ ਕਿ ਜਿਹੜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਰਾਧਦੇ। ਸਭ ਥਾਈ ਹੋਏ ਸਹਾਈ, ਸਾਰੇ ਥਾਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਹਾਈ ਨੇ। ਬੰਦਾ ਮਾਨਸਿਕ ਤੌਰ ਤੇ ਵਿਕਾਰਾਂ ਤੋਂ ਦੁਖੀ ਹੈ, ਬਾਹਰੀ ਤੌਰ ਤੇ ਸਰੀਰ ਦੀ ਤੰਦਰੁਸਤੀ, ਚਾਹੇ ਇੱਥੋਂ ਤੱਕ ਵਿਗੜਦੇ ਹੋਏ ਕੰਮ ਉਹਨਾਂ ਕਰਕੇ ਦੁਖੀ ਹੈ। ਪਰ ਸਭ ਕਹਿੰਦੇ ਇੱਕ ਵਾਰੀ ਹਿਰਦੇ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ
ਜਾਤ ਜਿਹੜੀ ਇਹਨਾਂ ਪੈਦਾ ਕਰ ਲਈਏ, ਸਤਿਗੁਰੂ ਰਹਿਮਤਾਂ ਬਰਸਾ ਦਿੰਦੇ ਨੇ। ਭਾਵੇਂ ਉਹ ਇੱਥੋਂ ਤੱਕ ਦੁਨਿਆਵੀ ਪੱਖ ਤੇ ਕੋਈ ਕੰਮ ਵਿਗੜਦਾ ਹੋਵੇ, ਭਾਵੇਂ ਮਾਨਸਿਕ ਤੌਰ ਤੇ ਸਤਿਗੁਰੂ ਜੀ ਸੁਧਾਰ ਦਿੰਦੇ। ਜਿਹੜਾ ਸਿੱਖ ਆਪਣੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਚੇਤੇ ਕਰਦਾ ਹੈ, ਮੈਂ ਸ਼ਬਦ ਵਰਤੇ ਆਪਣੇ, ਕਿ ਜਿਹੜਾ ਤਨ ਕਰਕੇ, ਜਿਹੜਾ ਮਨ ਕਰਕੇ ਉਸ ਜਾਤ ਦੇ ਵਿੱਚ ਯਤਨਸ਼ੀਲ ਹੈ ਨਾ, ਕਿਤੇ ਨਾ ਕਿਤੇ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ। ਸਿੱਖ ਪੁੱਛਦੇ ਨੇ, ਸਤਿਗੁਰੂ ਜੀ ਬੜੇ ਪਿਆਰ ਤੇ ਪ੍ਰੇਮ ਅਦਬ ਦੇ ਨਾਲ ਇਹਨਾਂ ਨੂੰ ਤੱਕਦੇ ਪਏ ਜੇ, ਕਹਿੰਦੇ ਇਹ ਸਾਰਿਆਂ ਨੂੰ ਇੱਥੋਂ ਤੱਕ ਜਿਹੜਾ ਹੈ ਨਾ ਸੁੱਖ ਪ੍ਰਦਾਨ ਕਰਨਗੇ ਤੇ ਆਪਣੇ ਜੀਵਨ ਦੇ ਵਿੱਚ ਸਾਰਿਆਂ ਦੇ ਜਿਹੜੇ ਦੁੱਖ ਨੇ ਆਪਣੇ ਜੀਵਨ ਵਿੱਚ ਝੱਲ ਲੈਣਗੇ। ਇਹਨਾਂ ਦੇ ਅੰਦਰ ਇਹ ਹਿੰਮਤ ਹੈ। ਨਹੀਂ ਤਾਂ ਅਸੀਂ ਇਹ ਬਚਨ ਵੀ ਕਹਿ ਸਕਦੇ ਹਾਂ ਕਿ ਵਡਿਆਈ ਮਹਿਮਾ ਬਾਬਾ ਗੁਰਦਿੱਤਾ ਜੀ ਨੂੰ ਵੀ ਮਿਲੀ ਹੈ। ਜਦੋਂ ਅਸੀਂ ਕੀਰਤਪੁਰ ਦੀ ਪਾਵਨ ਧਰਤੀ ਤੇ ਜਾਂਦੇ, ਉੱਥੇ ਉਹਨਾਂ ਦਾ ਸਥਾਨ ਹੈ, ਹਰ ਕੋਈ ਸੰਗਤ ਦੀਦਾਰ ਕਰਦੀ ਹੈ ਬਾਬਾ ਗੁਰਦਿੱਤਾ ਜੀ ਦੇ ਵੀ ਪਾਵਨ ਸਥਾਨ ਤੇ। ਪਰ ਤੱਕੋ ਬਾਬਾ ਗੁਰਦਿੱਤਾ ਜੀ ਤਖੱਲਸ ਬੜਾ ਵੱਡਾ ਹੈ, ਕਿਉਂ? ਪਿਤਾ ਨੇ ਗੁਰੂ ਪਿਤਾ ਜੀ ਦੇ, ਪੁੱਤਰ ਨੇ ਗੁਰੂ ਪਿਤਾ ਜੀ ਦੇ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਮਾਣ, ਇਹ ਵਡਿਆਈ ਜਿਹੜੀ ਹੈ ਉਸੇ ਨੂੰ ਪ੍ਰਾਪਤ ਹੁੰਦੀ ਹੈ ਕਿ ਜਿਨ੍ਹਾਂ ਦੇ ਜੀਵਨ ਵਿੱਚ ਅਕਾਲ ਪੁਰਖ ਦੀ ਬਾਣੀ ਦਾ ਰਸ ਹੁੰਦਾ ਹੈ। ਬਾਬਾ ਗੁਰਦਿੱਤਾ ਜੀ ਦਾ ਵੀ ਜੀਵਨ ਬੜਾ ਉੱਚਾ ਸੀ। ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਦੇ ਵਿੱਚ ਜਿਹੜੀ ਗੁਰਤਾ ਗੱਦੀ ਪ੍ਰਾਪਤ ਹੋਈ ਸੀ ਨਾ, ਉਹ ਬਾਬਾ ਗੁਰਦਿੱਤਾ ਜੀ ਨੂੰ ਸੀ। ਬਾਬਾ ਗੁਰਦਿੱਤਾ ਜੀ ਨੇ ਉਦਾਸੀ ਸੰਪਰਦਾ ਵਿੱਚ ਰਹਿ ਕੇ ਦੂਸਰੇ ਗੁਰੂ ਬਣ ਕੇ ਸੇਵਾ ਜਿਹੜੀ ਕੀਤੀ, ਨਿਭਾਈ। ਫਿਰ ਅਗਾਂਹ ਜਿਹੜੀ ਹੈ ਨਾ ਇਸੇ ਤਰ੍ਹਾਂ ਸੇਵਾਵਾਂ ਦੇ ਵਿੱਚ ਯਤਨਸ਼ੀਲ ਰਹੇ ਨੇ ਉਦਾਸੀ ਮਤ ਦੇ ਵਿੱਚ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੁਣ ਤੱਕੋ ਸਭ ਥਾਈਂ ਹੋਏ ਸਹਾਏ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਯਤਨਸ਼ੀਲ ਹੁੰਨੇ ਆ ਨਾ, ਬੰਦਾ ਅੱਜ ਮਨ ਕਰਕੇ ਦੁਖੀ ਹੈ ਕਿ ਸਤਿਗੁਰੂ ਦਾਤਾ ਮਨ ਦੇ ਵਿੱਚ ਵਕਾਰ ਨੇ, ਮਨ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਭੈ ਬਣਿਆ ਹੋਇਆ ਹੈ ਕਿ ਕੋਈ ਕੰਮ ਕਾਰ ਨਾ ਵਿਗੜ ਜਾਵੇ, ਸਾਨੂੰ ਇੱਥੋਂ ਤੱਕ ਜੀਵਨ ਦੇ ਵਿੱਚ ਤਰੱਕੀ ਮਿਲ ਜਾਵੇ। ਇਹ ਇੱਥੋਂ ਤੱਕ ਖੁਆਇਸ਼ ਹੁੰਦੀ ਹੈ ਬੰਦੇ ਦੇ ਮਨ ਦੇ ਅੰਦਰ ਦੀ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜੇ ਸਿੱਖਾ ਤੂੰ ਮੇਰਾ ਹੋ ਚੁੱਕਾ ਹੈ ਨਾ ਤੇ ਮੈਂ ਤੇਰਾ ਹੋ ਚੁੱਕਾ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਚਿੰਤਾ ਹੈ ਕਿ ਜਿਵੇਂ ਦੇਖੋ ਕਸ਼ਮੀਰੀ ਪੰਡਤ ਆਏ ਸੀ ਨਾ ਗੁਰੂ ਦੇ ਚਰਨਾਂ ਵਿੱਚ ਫਰਿਆਦ ਲੈ ਕੇ, ਜੇ ਅਸੀਂ ਉਸੇ ਤਰ੍ਹਾਂ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਸਿੱਖ ਲਈਏ, ਕਿਤੇ ਨਾ ਕਿਤੇ ਸਾਡੇ ਵੀ ਦੁੱਖ ਜਿਹੜੇ ਜੀਵਨ ਵਿੱਚੋਂ ਕੱਟੇ ਜਾਣ। ਅਸੀਂ ਅੱਜ ਯਾਦ ਕਰਦੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਜੀਵਨ ਵਿੱਚ ਯਤਨਸ਼ੀਲ। ਇੱਥੋਂ ਤੱਕ ਅਸੀਂ ਉਹਨਾਂ ਦੇ ਗੁਰ ਇਤਿਹਾਸ ਨੂੰ ਚੇਤੇ ਕਰਕੇ ਹੁੰਨੇ ਜ਼ਰੂਰ ਹਾਂ, ਪਰ ਇੱਕ ਮੈਂ ਬੇਨਤੀ ਕਰਾਂ ਜ਼ਰੂਰ ਕਿ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਨਾ ਕੁਝ ਕਿਨਕਾ ਕੋ ਮਾਤਰ ਵਡਿਆਈ, ਕੋਈ ਮਹਿਮਾ ਜਿਹੜੀ ਹੈ ਨਾ ਸਿੱਖ ਕੇ ਆਪਣੇ ਜੀਵਨ ਦੇ ਵਿੱਚ ਵੀ ਪ੍ਰਾਪਤ ਕਰਿਆ ਕਰੀ। ਮੈਂ ਇਹ ਅਦਭੁਤ ਵਿਚਾਰ ਤੁਹਾਡੇ ਨਾਲ ਸਾਂਝੀ ਤਾਂ ਕੀਤੀ। ਬਟਾਲੇ ਦੀ ਧਰਤੀ ਤੇ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਦੀ ਜਦੋਂ ਵਿਚਾਰ ਹੁੰਦੀ ਹੈ, ਉੱਥੇ ਇੱਕ ਮਾਈ ਨੇ ਮੈਨੂੰ ਸਵਾਲ ਕੀਤਾ, ਕਹਿਣ ਲੱਗੇ ਗੁਰ ਇਤਿਹਾਸ ਦੀ ਕਥਾ ਸ਼ਾਮ ਨੂੰ ਗੁਰਧਾਮਾਂ ਤੇ ਕਿਉਂ ਕੀਤੀ ਜਾਂਦੀ, ਕਿਉਂ ਸ਼ਬਦ ਉਹਨਾਂ ਵਰਤਿਆ, ਪਰ ਇਹਦਾ ਅਖਰੀ ਅਰਥ ਕੀ ਬਣੇਗਾ ਕਿਉਂ ਦਾ? ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਵਿਚਾਰ ਸੁਣਦੇ ਹਾਂ, ਸਾਖੀਆਂ ਸਰਵਣ ਕਰਦੇ ਹਾਂ, ਗੁਰਬਾਣੀ ਜ਼ਰੂਰ ਪੜ੍ਹਦੇ ਹਾਂ। ਗੁਰਬਾਣੀ ਦੇ ਵਿੱਚੋਂ ਸਾਨੂੰ ਇਹ ਸਿੱਖਿਆ ਮਿਲੀ ਹੈ, ਜੀਵਨ ਦੀ ਜਾਂਚ ਜਿਹੜੀ ਕਿਵੇਂ ਇੱਥੋਂ ਤੱਕ ਜਿਉਣ ਦੀ ਸਿੱਖਣੀ ਹੈ, ਮਨ ਕਰਕੇ ਬੰਦੇ ਨੇ ਗੁਰੂ ਨੂੰ ਕਿਵੇਂ ਆਰਾਧਨਾ ਹੈ, ਸਾਰੇ ਇੱਥੋਂ ਤੱਕ ਜਿਹੜੇ ਇਹਨਾਂ ਨੁਕਤੇ ਗੁਰਬਾਣੀ ਵਿੱਚ ਜੀਵਨ ਜਿਉਣ ਦੇ ਬਖਸ਼ੇ ਕਿ ਰੱਬ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਤੇ ਗੁਰ ਇਤਿਹਾਸ ਦੀ ਵਿਚਾਰ, ਗੁਰੂ ਸਾਹਿਬਾਨਾਂ ਦਾ ਜੀਵਨ, ਉਹ ਸਾਖੀ ਦੀ ਇੱਥੋਂ ਤੱਕ ਵਿਚਾਰ ਜਿਹੜੀ ਹੈ ਇਹ ਅਰਥ ਰੱਖਦੀ ਹੈ ਕਿ ਗੁਰੂ ਸਾਹਿਬਾਨਾਂ ਨੇ ਜੀਵਨ ਵਿੱਚ ਘਾਲਣਾ ਕਿੰਨੀ ਵੱਡੀ ਕੀਤੀ ਹੈ, ਉਸੇ ਤਰ੍ਹਾਂ ਅਸੀਂ ਵੀ ਜੀਵਨ ਦੇ ਵਿੱਚ ਘਾਲਣਾ ਜਿਹੜੀ ਕਰਨੀ ਸਿੱਖ ਲਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਂ ਸਾਰਾ ਅਦਬ ਜੀਵਨ ਪੜ੍ਹਦੇ ਹਾਂ। ਗੁਰੂ ਨਾਨਕ ਮਹਾਰਾਜ ਜੀ ਨੇ ਜਿਵੇਂ ਸਿੱਖੀ ਦਾ ਪ੍ਰਚਾਰ ਕਾਇਮ ਕੀਤਾ, ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਾਇਮ ਕੀਤਾ ਤੇ ਪੈਦਲ ਚੱਲੇ ਨੇ, ਜਿੱਥੇ ਜਿੱਥੇ ਗਏ ਨੇ ਉੱਥੇ ਉੱਥੇ ਦੇਖੋ ਜੀ ਨਿਮਾਣਿਆਂ ਨੂੰ ਪਿਆਰ, ਤੇ ਛੋਟੇ ਛੋਟੇ ਇੱਥੋਂ ਤੱਕ ਸਿੱਖਾਂ ਨੂੰ ਜਿਹੜੇ ਗਰੀਬ ਨੇ ਉਹਨਾਂ ਨੂੰ ਇੱਥੋਂ ਤੱਕ ਪਿਆਰ ਜਿਹੜਾ ਇਹਨੇ ਇੰਨਾ ਬਖਸ਼ਿਸ਼ ਕੀਤਾ। ਮੈਂ ਗੁਰ ਇਤਿਹਾਸ ਦੀ ਵਿਚਾਰ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵਿਚਾਰ ਸਾਂਝੀ ਕਰਕੇ ਸਮਾਪਤੀ ਵਾਲੇ ਪਾਸੇ ਆਵਾਂ। ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ
ਬਿਹਾਰ ਦੀ ਧਰਤੀ ਤੇ ਗਏ ਸੀ ਜਦੋਂ ਪ੍ਰਚਾਰ ਕਰ ਰਹੇ ਸੀ ਸਿੱਖੀ ਦਾ। ਭਾਈ ਫੱਗੂ ਜੀ ਨਾਮ ਦੇ ਇੱਕ ਸਿੱਖ ਹੋਏ, ਉਹਨਾਂ ਨੂੰ ਇਤਿਹਾਸ ਦੇ ਵਿੱਚ ਚਾਚਾ ਫੱਗੂ ਜੀ ਕਹਿ ਕੇ ਪੁਕਾਰਿਆ ਜਾਂਦਾ। ਕਹਿੰਦੇ ਇਹ ਸੇਵਾ ਕਰਦੇ ਸੀ ਦਸਵੰਧ ਇਕੱਠਾ ਕਰਨਾ, ਸਿੱਖਾਂ ਦੇ ਘਰਾਂ ਦੇ ਵਿੱਚੋਂ ਦਸਵੰਧ ਇਕੱਠਾ ਕਰਕੇ ਇਹਨਾਂ ਨੇ ਆਪਣੇ ਕੋਲ ਰੱਖਣਾ। ਇਸ ਗੱਲ ਨੂੰ ਧਿਆਨ ਨਾਲ ਸਰਵਣ ਕਰਿਓ। ਭਾਈ ਫੱਗੂ ਜੀ ਨੇ ਕਣਕਾ ਜਿਹੜਾ ਇਹਨਾਂ ਇਕੱਠਾ ਕਰਕੇ ਆਪਣੇ ਕੋਲ ਰੱਖਣਾ, ਤੇ ਘਰ ਦੇ ਵਿੱਚ ਵੀ ਦੇਖੋ ਜੀ ਛੋਟਾ ਜਿਹਾ ਗੇਟ ਸੀ ਬਾਹਰ। ਕਹਿੰਦੇ ਨੇ ਮਿਸਤਰੀਆਂ ਨੂੰ ਬੁਲਾ ਕੇ ਕਿ ਇਹ ਗੇਟ ਜਿਹੜਾ ਇਹਨਾਂ ਪਰਤ ਕੇ ਵੱਡਾ ਕਰ ਦਈਏ। ਨੌਜਵਾਨਾਂ ਨੇ ਮਜ਼ਾਕ ਕਰਨਾ, ਪਿੰਡ ਇਲਾਕੇ ਦੇ ਜਿਵੇਂ ਕੋਈ ਰਹਿਣ ਵਾਲੇ ਵਸਨੀਕ ਹੋਣ, ਉਹ ਨੌਜਵਾਨ ਕਹਿਣ ਲੱਗੇ ਚਾਚਾ ਜੀ ਤੁਹਾਨੂੰ ਹੋ ਕੀ ਗਿਆ ਏ? ਭਾਈ ਫੱਗੂ ਜੀ ਕਹਿਣ ਲੱਗੇ ਮੇਰੇ ਗੁਰੂ ਨੇ ਆਉਣਾ ਏ। ਕਹਿੰਦੇ ਮੇਰੇ ਗੁਰੂ ਨੇ ਆਉਣਾ ਏ ਤੇ ਮੈਂ ਇੱਥੋਂ ਤੱਕ ਜਿਹੜਾ ਇਹ ਗੇਟ ਵੱਡਾ ਕਰਨਾ ਏ। ਮੇਰਾ ਚਿੱਤ ਕਰਦਾ ਏ ਗੁਰੂ ਸਤਿਗੁਰੂ ਜੀ ਘੋੜਾ ਬਾਹਰ ਨਾ ਬੰਨ ਕੇ ਅੰਦਰ ਆਉਣ, ਸਿੱਧੇ ਘੋੜੇ ਤੇ ਸਵਾਰ ਹੋ ਕੇ ਮੇਰੇ ਘਰ ਵਿੱਚ ਪ੍ਰਵੇਸ਼ ਹੋ ਜਾਣ। ਗੇਟ ਵੱਡਾ ਕੀਤਾ ਗਿਆ, ਮਿਸਤਰੀ ਲਗਾਏ। ਨੌਜਵਾਨਾਂ ਨੇ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ, ਕਹਿਣ ਲੱਗੇ ਚਾਚਾ ਜੀ ਤੁਹਾਨੂੰ ਹੋ ਕੀ ਗਿਆ ਏ? ਕਿੱਥੇ ਪੰਜਾਬ ਦੀ ਧਰਤੀ, ਸਤਿਗੁਰੂ ਜੀ ਦੇਖੋ ਜੀ ਅਸਾਮ ਦੇ ਵਿੱਚ ਨੇ, ਅਸਾਮ ਤੋਂ ਪੰਜਾਬ ਵੱਲ ਨੇ, ਕਿੱਥੇ ਬਿਹਾਰ ਹੈ, ਇੱਥੇ ਤੁਹਾਡੇ ਕੋਲ ਕਿਵੇਂ ਆਉਣਗੇ? ਨਾ ਕੋਈ ਇੱਥੋਂ ਤੱਕ ਚਿੱਠੀ, ਨਾ ਪੱਤਰ, ਕੋਈ ਸਨੇਹ, ਨਾ ਕੁਝ ਵੀ ਨਹੀਂ ਸਾਨੂੰ ਮਿਲਿਆ। ਤੁਹਾਨੂੰ ਕਿਵੇਂ ਪਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਉਣਗੇ? ਕਹਿੰਦੇ ਅਸੀਂ ਮਨ ਕਰਕੇ ਯਾਦ ਕਰਦੇ ਹਾਂ। ਹੁਣ ਤੱਕੋ ਜੇ ਸਿੱਖ ਮਨ ਕਰਕੇ ਕਿਤੇ ਨਾ ਕਿਤੇ ਯਾਦ ਕਰਦਾ ਹੈ ਨਾ, ਮੈਂ ਬਚਨ ਕੀਤਾ ਹੈ ਸਭ ਥਾਈਂ ਹੋਏ ਸਹਾਏ, ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਰੇ ਥਾਂ ਤੇ ਕਿਵੇਂ ਸਹਾਈ ਹੁੰਦੇ। ਮਨ ਕਰਕੇ ਕਹਿੰਦੇ ਸਤਿਗੁਰੂ ਦੀ ਆਰਾਧਨਾ ਦੇ ਵਿੱਚ ਜੁਟ ਗਏ। ਇੱਕੋ ਹੀ ਪ੍ਰੀਤ ਜਿਹੜੀ ਹਿਰਦੇ ਵਿੱਚ ਲੱਗੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਦਰਸ਼ਨ ਜਿਹੜੇ ਨਾ ਇਸ ਗਰੀਬੜੇ ਨੂੰ ਬਖਸ਼ਿਸ਼ ਕਰੋ। ਨਿਮਾਣੇ ਦੇ ਘਰ ਵਿੱਚ ਗ੍ਰਹਿ ਵਿਖੇ ਆਪਣੇ ਚਰਨ ਜਿਹੜੇ ਇਹਨਾਂ ਪਾ ਦਿਓ। ਮੇਰਾ ਵੀ ਇੱਥੋਂ ਤੱਕ ਜਿਹੜਾ ਇਹ ਗ੍ਰਹਿ ਘਰ ਪਵਿੱਤਰ ਹੋ ਜਾਵੇ ਤੁਹਾਡੇ ਚਰਨ ਪੈਣ ਦੇ ਨਾਲ। ਮੇਰੇ ਵੀ ਮਨ ਦੀ ਖਵਾਇਸ਼ ਪੂਰੀ ਹੋ ਜਾਵੇ ਕਿ ਤੁਸੀਂ ਮੈਨੂੰ ਸਾਹਮਣੇ ਆ ਕੇ ਦੀਦਾਰ ਬਖਸ਼ੋ। ਦਾਤਾ ਇਹ ਪਿੰਡ ਇਲਾਕੇ ਦੇ ਨੌਜਵਾਨ ਜਿਹੜੇ ਇੱਥੋਂ ਤੱਕ ਬਚਨ ਸਾਂਝੇ ਕਰਦੇ ਪਏ ਨੇ ਕਿ ਕਿੱਥੇ ਗੁਰੂ ਨੇ, ਕੋਈ ਸਨੇਹ ਨਾ ਪੱਤਰ, ਪਰ ਤੁਸੀਂ ਇੱਥੇ ਗੇਟ ਜਿਹੜਾ ਪਰਤ ਕੇ ਵੱਡਾ ਕਰੀ ਜਾ ਰਹੇ। ਆਖਿਰਕਾਰ ਸਮਾਂ ਆਇਆ, ਯਾਦ ਵਿੱਚ ਜੁਟੇ ਪਏ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਭਾਈ ਫੱਗੂ ਜੀ ਦੇ ਘਰ ਆ ਕੇ ਉਤਰੇ ਨੇ। ਭਾਈ ਫੱਗੂ ਜੀ ਦੇਖਦੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲਾਂ ਚਰਨਾਂ ਦੇ ਵਿੱਚ ਝੁਕੇ ਨੇ, ਨੇਤਰਾਂ ਚੋਂ ਨੀਰ ਕਿਰਾਇਆ ਇਸ ਸਿੱਖ ਦੇ। ਕਹਿਣ ਲੱਗੇ ਦਾਤਾ ਨੌਜਵਾਨਾਂ ਨੇ ਬੜੀਆਂ ਗੱਲਾਂ ਕੀਤੀਆਂ ਸੀ, ਪਰ ਆਖਿਰਕਾਰ ਤੁਸੀਂ ਮਨ ਕਰਕੇ ਨਾ ਸਿੱਖ ਦੀ ਵਿਚਾਰ ਨੂੰ ਜਾਣ ਲੈਂਦੇ ਜੇ। ਇਹ ਅੱਜ ਗੱਲ ਸਿੱਧ ਹੋ ਗਈ ਹੈ, ਸਭ ਥਾਈਂ ਹੋਏ ਸਹਾਈ, ਕਿ ਤੁਸੀਂ ਸਾਰੇ ਥਾਂ ਤੇ ਸਹਾਈ ਜੇ, ਕਾਇਮ ਜੇ ਤੁਸੀਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਠਾਇਆ, ਘੁੱਟ ਕੇ ਗਲਵਕੜੀ ਨਾਲ ਲਾਇਆ, ਕਹਿਣ ਲੱਗੇ ਪਿਆਰਿਆ ਤੂੰ ਯਾਦ ਕਰਦਾ ਸੀ, ਅਸੀਂ ਤੈਨੂੰ ਦੀਦਾਰ ਦੇਣ ਵਾਸਤੇ ਤੇਰੇ ਘਰ ਹੀ ਆ ਗਏ। ਹੁਣ ਸਤਿਗੁਰੂ ਨੂੰ ਵੀ ਪਤਾ ਸੀ ਕਿ ਇਹ ਗੇਟ ਜਿਹੜਾ ਹੈ ਨਾ ਵੱਡਾ ਕੀਤਾ ਸੀ। ਗੇਟ ਦਾ ਵੀ ਇਹ ਕੋਈ ਅਰਥ ਸੀ, ਕੋਈ ਗੇਟ ਵੱਡਾ ਕਰਨ ਦਾ ਵੀ। ਪਹਿਲਾਂ ਛੋਟਾ ਗੇਟ ਸੀ ਕਿ ਵੱਡਾ ਕੀਤਾ। ਸਿੱਖ ਦੇ ਮਨ ਦੀ ਭਾਵਨਾ ਸੀ ਕਿ ਘੋੜਾ ਸਤਿਗੁਰੂ ਬਾਹਰ ਨਾ ਬਣਨ, ਘੋੜੇ ਤੇ ਸਵਾਰ ਹੋ ਕੇ ਅੰਦਰ ਆ ਜਾਣ ਪਾਤਸ਼ਾਹ। ਸਤਿਗੁਰੂ ਆਏ ਜਦੋਂ ਤੇ ਨੌਜਵਾਨ ਵੇਖ ਕੇ ਹੈਰਾਨ ਹੋ ਗਏ, ਜਿਹੜੇ ਗੱਲਾਂ ਕਰਦੇ ਸੀ ਨਾ ਚਾਚਾ ਫੱਗੂ ਜੀ ਨੂੰ ਕਿ ਕਿੱਥੇ ਸਤਿਗੁਰੂ ਨੇ ਤੇ ਤੁਸੀਂ ਇੱਥੇ ਯਾਦ ਕਰਦੇ ਪਏ ਜੇ, ਕਿਵੇਂ ਆ ਜਾਣਗੇ ਇੰਨੀ ਮੀਲ ਦੂਰੀ ਤੋਂ। ਸਤਿਗੁਰੂ ਜੀ ਹੁਣ ਇਹ ਬਚਨ ਕਰਨ ਲੱਗੇ, ਕਹਿਣ ਲੱਗੇ ਸਿੱਖਾ ਜੋ ਤੂੰ ਦਸਵੰਧ ਇਕੱਠਾ ਕੀਤਾ ਇਹ ਲਿਆ ਸਾਡੇ ਸਾਹਮਣੇ, ਅਸੀਂ ਲਈਏ ਦਸਵੰਧ ਤੇ ਫਿਰ ਅੱਗੇ ਸੇਵਾਵਾਂ ਵਿੱਚ ਯਤਨਸ਼ੀਲ ਹੋਈਏ। ਜਿੰਨੀਆਂ ਵੀ ਰਕਮਾਂ ਇਕੱਠੀਆਂ ਕਰਦੇ ਸੀ ਆਪਣੀਆਂ ਥੈਲੀਆਂ ਤੇ ਲਿਖ ਲੈਣਾ, ਆ ਫਲਾਣੇ ਸਿੱਖ ਦੇ ਵੱਲੋਂ ਆਇਆ ਹੋਇਆ ਏ ਰਕਮ, ਜਿੰਨੀ ਵੀ ਆ ਭੇਟਾ ਕਿੱਥੋਂ ਕਿੱਥੋਂ ਆਈ ਏ, ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ ਹੈ। ਸਤਿਗੁਰੂ ਜੀ ਨੇ ਦੇਖਿਆ ਨਿਮਾਣਾ ਸਿੱਖ ਇੰਨਾ ਕੁ ਭਾਵਨਾ ਵਾਲਾ ਸੀ, ਕਿਤੇ ਨਾ ਕਿਤੇ ਕੋਈ ਇੱਕ ਟਕੇ ਦੀ ਬੇਈਮਾਨੀ ਨਹੀਂ ਸੀ ਉਹਦੇ ਅੰਦਰ, ਕੋਈ 1 ਰੁਪਈਏ ਦੀ ਬੇਈਮਾਨੀ ਨਹੀਂ ਸੀ। ਜਿੰਨੀਆਂ ਵੀ ਥੈਲੀਆਂ ਜੋ ਜੋ ਚੀਜ਼ਾਂ ਪ੍ਰਾਪਤ ਹੋਈਆਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ। ਕਹਿਣ ਲੱਗੇ ਦਾਤਾ ਜੀ ਆ ਜੇ ਤੁਹਾਡੇ ਨਾਮ ਨੂੰ ਇੱਥੋਂ ਤੱਕ ਮਿਲਿਆ ਸੀ ਤੇ ਤੁਹਾਡੇ ਅੱਗੇ ਮੈਂ ਭਟਾਵਾਂ ਭੇਟਾ ਕਰ ਦਿੱਤੀਆਂ। ਸਤਿਗੁਰੂ ਜੀ ਬੈਠੇ ਬਿਰਾਜੇ, ਇਲਾਕੇ ਦੇ ਨੌਜਵਾਨ ਵੀ ਆਏ ਨੇ, ਸਾਰੀ ਸੰਗਤ ਆਈ ਹੈ, ਖੜੀ ਹੈ, ਗੁਰੂ ਦੇ ਦੀਦਾਰ ਕਰ ਰਹੀ ਹੈ, ਮਨ ਦੀਆਂ ਭਾਵਨਾਵਾਂ ਅਦਾ ਕਰ ਰਹੀ ਸੀ।
सतगुरु जी मुस्कुराए, कहन लगे भाई फग्गू जी, आवाज दी, हाथ जोड़ के खड़ गया, कहन लगे दाता जी दसो की हुक्म है। कहन लगे भाई फग्गू जी, एक भेटा साडी तुहाडे कोल होर रह चुकी है, इस गल नूं गौरिओ। कहन लगे एक भेटा जिहड़ी है ना साडी तुहाडे कोल एक होर रह गई है। ते भाई फग्गू जी हैरान हो गए, कहन लगे दाता किहड़ी भेटा है कि जिहड़ी साडे कोल तुसीं कह रहे जे कि एक रखी गई है। पातशाह जी ने ना बेरी दे बूटे वल उंगल करके इशारा करके ये गल कही, कहन लगे इत्ते भी साडा नाम दर्ज है। वो बेरी दा अर्थ नौजवान पुछण लगे कि सानू तां दस्सिया नहीं, ये भी सतगुरु दी बेरी है। पातशाह कहन लगे, संगतां पुछया, कहन लगे ये बेरी सतगुरु दी। हैरान हो गए। पातशाह जी कहन लगे भाई फग्गू जी नूं दस संगतां नूं कि की तेरे नाल इत्थों तक जिहड़ी वार्तालाप वापरी सी। हथ जोड़ के संगतां दे विच खड़ गया निमाणा सिख चाचा फग्गू, कहन लगा दाता तेरे नाम ते मैं सिख संगतां दे कोलों भेटा लैण जांदा सी, मैनूं दातां मिलदियां रहियां, जो रकमां मिलियां थैलियां दे विच पा के मैं तुहाडे चरनां च भेटा कर दित्ती है। किसे गरीब सिख दे घर दे विच मैं गया सी, ਉਹਦਾ किवाड़ खड़काया, किवाड़ ਦਾ ਕੀ अर्थ है दरवाजा बूहा। ਕਹਿੰਦੇ किवाड़ खड़काया ਤੇ ਉਹਨਾਂ ਦੀ ਧਰਮ ਪਤਨੀ ਘਰ 'ਚ ਸੇਵਾ ਕਰ ਰਹੀ ਸੀ, ਆਪਣੇ ਘਰ ਨੂੰ ਇੱਥੋਂ ਤੱਕ ਸਾਫ਼ ਕਰ ਰਹੀ, ਹੱਥ ਦੇ ਵਿੱਚ ਝਾੜੂ ਸੀ। ਕਹਿੰਦੇ ਘੱਟਾ ਮਿੱਟੀ ਜਿੰਨਾ ਵੀ ਘਰ ਦੇ ਵਿੱਚ ਹੁੰਦਾ ਹੈ ਨਾ, ਕੂੜਾ ਸ਼ਬਦ ਵਰਤਿਆ ਜਾਂਦਾ, ਉਹਨੂੰ ਕਹਿੰਦੇ ਹੂੰਜ ਰਹੇ ਸੀ ਝਾੜੂ ਦੇ ਨਾਲ। ਤੇ ਭਾਈ ਫੱਗੂ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਿਮਾਣੇ ਸਿੱਖਾਂ, ਭੇਟਾ ਲੈਣ ਲਈ ਆਏ ਆ, ਕੋਈ ਦਸਵੰਧ ਤੁਸੀਂ ਪਾਉਣਾ ਹੈ, ਸੇਵਾ ਦੇਣੀ ਚਾਹੁੰਦੇ ਜੇ ਤੇ ਦੇ ਦਿਓ। ਤੇ ਉਸ ਧਰਮ ਪਤਨੀ ਨੇ ਸਿੱਖ ਦੀ ਨੇ ਬੋਲਿਆ, ਗਰੀਬੜੀ ਸੀ ਨਾ ਘਰ ਦੇ ਵਿੱਚ, ਥੋੜਾ ਜਿਹਾ ਜਿਵੇਂ ਕਹਿ ਦਈਏ ਕਿ ਗਰੀਬੀ ਦਾਵਾ ਸੀ। ਉਹਨੇ ਬੇਨਤੀ ਕੀਤੀ, ਕਹਿਣ ਲੱਗੇ ਸਾਡੇ ਘਰ ਵਿੱਚ ਕੁਝ ਨਹੀਂਗਾ। ਫਿਰ ਆਵਾਜ਼ ਦਿੱਤੀ ਸਿੱਖ ਨੇ, ਚਾਚਾ ਫੱਗੂ ਜੀ ਕਹਿਣ ਲੱਗੇ ਕੁਝ ਹੈ ਤਾਂ ਦੇ ਦਿਓ, ਤਿਲ ਫੁੱਲ ਭੇਟਾ ਜੋ ਵੀ ਬਣਦਾ ਸਰਦਾ ਹੈ ਨਾ ਤੁਸੀਂ ਦੇ ਦਿਓ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ। ਉਹਨੇ ਆਖਰਕਾਰ ਇਹ ਬਚਨ ਕਹੇ, ਕਹਿੰਦੀ ਸਾਡੇ ਘਰ ਕੁਝ ਨਹੀਂ ਹੈ। ਜਦੋਂ ਤੀਜੀ ਵਾਰੀ ਸ਼ਬਦ ਵਰਤਿਆ ਨਾ ਤੇ ਉਸ ਮਾਤਾ ਨੇ ਇਹ ਬੇਨਤੀ, ਦੇਖੋ ਕਹਿੰਦੇ ਕਿ ਕੂੜਾ ਜਿਹੜਾ ਇਕੱਠਾ ਕੀਤਾ ਸੀ ਨਾ, ਕਹਿੰਦੇ ਲਿਆ ਕਰ ਝੋਲੀ, ਘੱਟਾ ਮਿੱਟੀ ਤੇਰੀ ਮੈਂ ਝੋਲੀ 'ਚ ਪਾ ਦਿੰਦੀ। ਜਿੰਨਾ ਵੀ ਕੂੜਾ ਕਹਿੰਦੇ ਘਰ ਦਾ ਹੁੰਜਿਆ ਸੀ ਨਾ, ਸਾਰਾ ਚਾਚਾ ਫੱਗੂ ਜੀ ਦੀ ਝੋਲੀ 'ਚ ਪਾ ਦਿੱਤਾ। ਹੈਰਾਨੀ ਵੀ ਮਨ 'ਚ ਆਈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਨੂੰ ਭੇਟਾ ਮਿਲੀ ਸੀ ਤੇ ਸਿੱਖ ਨਿਮਾਣੇ ਨੇ ਚਾਚਾ ਫੱਗੂ ਜੀ ਨੇ ਝੋਲੀ ਅੱਗੇ ਕਰਕੇ ਨਾ ਉਹ ਘਟਾ ਮਿੱਟੀ ਵੀ ਥੈਲੀ 'ਚ ਪਵਾ ਲਿਆ, ਉਹਨੂੰ ਲਪੇਟ ਕੇ ਆਪਣੇ ਘਰ ਗ੍ਰਹਿ ਵਿੱਚ ਲੈ ਆਏ। ਉਹਨੂੰ ਵੀ ਦੇਖੋ ਜੀ ਸੋਚਦੇ ਨੇ ਕਿ ਹੁਣ ਇਹਦਾ ਕਰੀਏ ਕੀ, ਇਹ ਮਿੱਟੀ ਹੈ, ਘਰ ਦਾ ਕੂੜਾ ਦੇ ਦਿੱਤਾ ਏ, ਇਹਨੂੰ ਮੈਂ ਕਿੱਥੇ ਸਾਂਭ ਕੇ ਰੱਖਾਂਗਾ। ਕਹਿੰਦੇ ਇੱਕ ਥਾਂ ਤੇ ਪਾਸੇ ਨਾ ਚਾਚਾ ਫੱਗੂ ਜੀ ਨੇ ਥਾਂ ਦੇਖੀ, ਉੱਥੇ ਉਸ ਮਿੱਟੀ ਨੂੰ ਖਿਲਾਰਿਆ। ਉਹਦੇ ਵਿੱਚ ਕਹਿੰਦੇ ਇੱਕ ਬੇਰੀ ਦਾ ਜਿਹੜਾ ਰੁੱਖ ਹੁੰਦਾ ਹੈ ਨਾ, ਬੇਰ ਉਹਦਾ ਕਹਿੰਦੇ ਬੀ ਸੀ, ਗਿਟਕ ਸੀ ਬੀ ਦੀ। ਕਹਿੰਦੇ ਚਾਚਾ ਫੱਗੂ ਜੀ ਨੇ ਦੇਖਿਆ ਹੱਥ ਦੇ ਵਿੱਚ ਆਈ, ਕਹਿੰਦੇ ਚਲੋ ਮਨਾ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਨੂੰ ਦਾਤ ਦਿੱਤੀ, ਕਹਿੰਦੇ ਇਹ ਵੀ ਇੱਥੇ ਤੱਕ ਆਪਾਂ ਜਿਹੜਾ ਇਹਨਾਂ ਰੱਖਦੇ ਨੇ। ਉੱਤੇ ਕਹਿੰਦੇ ਪਾਣੀ ਤਰੌਂਕ ਦਿੱਤਾ। ਉਸ ਥਾਂ ਤੇ ਬੇਰੀ ਦਾ ਬੂਟਾ ਉੱਗ ਗਿਆ, ਜਿਹੜਾ ਝੋਲੀ ਦੇ ਵਿੱਚ ਮਿੱਟੀ ਕੂੜਾ ਕਰਕਟ ਪਾ ਦਿੱਤਾ ਸੀ ਨਾ ਉਸ ਮਾਤਾ ਨੇ, ਕਿ ਲੈ ਤੂੰ ਮੰਗਦਾ ਮੇਰੇ ਕੋਲ ਕੁਝ ਨਹੀਂ, ਆ ਇਹ ਮੇਰੇ ਕੋਲ, ਕਹਿੰਦੀ ਮੈਂ ਤੈਨੂੰ ਦੇ ਦਿੱਤਾ। ਕਹਿੰਦੇ ਉੱਥੇ ਜਿਹੜੀ ਬੇਰੀ ਸੀ ਨਾ, ਬੇਰ ਦਾ ਬੀਜ ਸੀ, ਗਿਟਕ ਸੀ, ਉੱਥੇ ਕਹਿੰਦੇ ਬੇਰੀ ਦਾ ਰੁੱਖ ਉੱਗ ਗਿਆ। ਸਤਿਗੁਰੂ ਜੀ ਘਰ 'ਚ ਬੈਠੇ ਇਸ਼ਾਰਾ ਕਰਦੇ ਨੇ, ਕਹਿੰਦੇ ਇਹਦੇ ਨਾਮ ਜਿਹੜਾ ਨਾ ਰੁੱਖ ਦੇ ਉੱਪਰ ਵੀ ਸਾਡਾ ਨਾਮ ਦਰਜ ਹੈ, ਇਹ ਇੱਥੋਂ ਤੱਕ ਮੇਰੇ ਸਿੱਖਾਂ ਨੇ ਤੁਹਾਡੀ ਝੋਲੀ ਦੇ ਵਿੱਚ ਇਹ ਰੁੱਖ ਵੀ ਪਾਇਆ ਸੀ, ਇਹਦਾ ਬੀ ਗਿਟਕ ਵੀ ਤਾਂ ਤੁਹਾਡੀ ਝੋਲੀ 'ਚ ਪਾਈ ਸੀ ਨਾ। ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜ ਕੇ ਨਾ ਭਾਈ ਫੱਗੂ ਜੀ ਇਸ ਗੱਲ ਸਮਝ ਗਏ ਕਿ ਦਾਤਾ ਵਾਕਿਆ ਹੀ ਤੁਹਾਡੀ ਮਹਿਮਾ ਬੜੀ ਉੱਚੀ ਹੈ। ਅਸੀਂ ਬਚਨ ਪੜ੍ਹਦੇ ਆ ਨਾ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਅੱਜ ਚਾਚਾ ਫੱਗੂ ਜੀ ਨੇ ਬੇਨਤੀ ਸਮਝ ਲਈ ਕਿ ਦਾਤਾ ਤੁਸੀਂ ਸਾਰੇ ਥਾਂ ਤੇ ਇੱਥੋਂ ਤੱਕ ਸਹਾਈ ਜੇ, ਕਾਇਮ ਜੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਭਾਵੇਂ ਕੋਈ ਛੋਟਾ ਹੋਵੇ ਭਾਵੇਂ ਹੋਵੇ ਕੋਈ ਵੱਡਾ। ਉਦਾਹਰਨ ਦਿੱਤੀ ਹੈ ਕੀੜੀ ਤੇ ਕੁੰਚਰ ਹਾਥੀ ਦੀ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।
ਭਾਵੇਂ ਹੋਵੇ ਕੋਈ ਗਰੀਬ, ਭਾਵੇਂ ਹੋਵੇ ਕੋਈ ਅਮੀਰ, ਤੂੰ ਇਸ ਗੱਲ ਨੂੰ ਪਰਤ ਕੇ ਨਹੀਂ ਤੱਕਦਾ ਕਿ ਦਾਤਾ ਤੇਰੀ ਸ਼ਰਨ ਵਿੱਚ ਆ ਕੇ ਕਿੰਨਾ ਕੁ ਬੰਦਾ ਸਮਰਪਿਤ ਪੈਸਿਆਂ ਕਰਕੇ ਹੁੰਦਾ ਏ, ਧਨ ਦੌਲਤ ਕਰਕੇ ਹੁੰਦਾ ਏ। ਤੂੰ ਸਮਰਪਿਤ ਹੁੰਦਾ ਏ ਆਪਣੇ ਸਿੱਖ ਦੇ ਮਨ ਦੀ ਭਾਵਨਾ ਨੂੰ ਵੇਖ ਕੇ, ਤੂੰ ਇੱਥੋਂ ਤੱਕ ਸਮਰਪਿਤ ਹੁੰਦਾ ਏ ਆਪਣੇ ਸਿੱਖ ਦੇ ਹਿਰਦੇ ਦੇ ਪਿਆਰ ਨੂੰ ਵੇਖ ਕੇ। ਭਾਈ ਫੱਗੂ ਜੀ ਨੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਦਾਤਾ ਇਹ ਇੱਥੋਂ ਤੱਕ ਜਿਹੜੀ ਵਿਚਾਰ ਤੁਸੀਂ ਸਮਝ ਗਏ, ਜਾਣ ਗਏ। ਪਾਤਸ਼ਾਹ ਜੀ ਨੇ ਸਿਰ ਦੇ ਉੱਪਰ ਦੇਖੋ ਜੀ, ਮਸਤਕ ਦੇ ਉੱਪਰ ਹੱਥ ਫੇਰਿਆ। ਉਹ ਦਾਤਾਂ ਇਸ ਸਿੱਖ ਦੀ ਝੋਲੀ ਦੇ ਵਿੱਚ ਪਾ ਦਿੱਤੀਆਂ ਕਿ ਜਿਹੜੀਆਂ ਇਹਨੇ ਇੱਥੋਂ ਤੱਕ ਪ੍ਰਾਪਤ ਕਰਨੀਆਂ ਸੀ। ਕਹਿੰਦੇ ਪਾਤਸ਼ਾਹ ਕਿ ਨਿਮਾਣੇ ਸਿੱਖਾ, ਤੂੰ ਉਹ ਸਿੱਖ ਹੈ ਕਿ ਜਿਨਨੇ ਕਿਸੇ ਘਰ ਦੇ ਵਿੱਚੋਂ ਮਿੱਟੀ ਘੱਟਾ ਕੂੜਾ ਵੀ ਝੋਲੀ ਵਿੱਚ ਪਵਾ ਲਿਆ। ਇਹ ਗੱਲ ਨਹੀਂ ਸੋਚੀ ਕਿ ਇੱਥੇ ਬੇਇੱਜ਼ਤੀ ਹੈ, ਨਰਾਦਰੀ ਹੋ ਰਹੀ ਹੈ, ਪਰ ਗੁਰੂ ਦੀ ਸੇਵਾ ਨੂੰ ਵੇਖ ਕੇ ਤੂੰ ਇੱਥੋਂ ਤੱਕ ਸਾਰੀਆਂ ਚੀਜ਼ਾਂ ਆਪਣੀ ਝੋਲੀ 'ਚ ਪਵਾਈ ਗਿਆ। ਕਹਿੰਦੇ ਤੇਰਾ ਇੱਥੋਂ ਤੱਕ ਗੇਟ ਹੀ ਨਹੀਂ ਵੱਡਾ, ਤੂੰ ਗੇਟ ਹੀ ਨਹੀਂ ਗੁਰੂ ਦੇ ਵਾਸਤੇ ਕਹਿੰਦੇ ਵੱਡਾ ਕੀਤਾ। ਕਹਿੰਦੇ ਤੇਰਾ ਦਿਲ ਵੀ ਵੱਡਾ ਹੈ, ਇੰਨਾ ਵੱਡਾ ਦਿਲ, ਕਹਿੰਦੇ ਇੰਨਾ ਧਰਵਾਸ ਤੇਰੇ ਹਿਰਦੇ ਦੇ ਵਿੱਚ, ਕਹਿੰਦੇ ਇੰਨਾ ਪਿਆਰ ਹੈ ਗੁਰੂ ਪ੍ਰਤੀ ਤੇਰੇ ਹਿਰਦੇ ਵਿੱਚ ਕਿ ਗੁਰੂ ਪ੍ਰਤੀ ਤੂੰ ਮਿੱਟੀ ਵੀ ਆਪਣੀ ਝੋਲੀ ਦੇ ਵਿੱਚ ਪਵਾ ਲਈ। ਅੱਜ ਕਿਤੇ ਨਾ ਕਿਤੇ ਰਸਤੇ ਦੇ ਵਿੱਚ ਜਾਂਦੇ ਹੋਈਏ ਨਾ, ਕਣਕ ਕਿਤੇ ਮਿੱਟੀ ਸਾਡੇ ਇੱਥੋਂ ਤੱਕ ਕੱਪੜਿਆਂ ਨੂੰ ਲੱਗ ਜਾਵੇ, ਸਾਡੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ। ਤੇ ਧਨਤਾ ਦੇ ਪਾਤਰ ਸੀ ਚਾਚਾ ਫੱਗੂ ਜੀ ਕਿ ਜਿਨ੍ਹਾਂ ਨੇ ਆਪਣੀ ਝੋਲੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਨੂੰ ਮਿੱਟੀ ਘੱਟਾ ਵੀ ਪਵਾ ਲਿਆ। ਸਤਿਗੁਰੂ ਨੇ ਬਰਕਤਾਂ ਦਿੱਤੀਆਂ ਇਸ ਸਿੱਖ ਨੂੰ। ਤੇ ਇਸੇ ਤਰ੍ਹਾਂ ਅਸੀਂ ਵੀ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਝੁਕਿਆ ਕਰੀਏ ਕਿ ਦਾਤਾ ਬੜੇ ਜੀਵਨ ਦੇ ਵਿੱਚ ਇੱਥੋਂ ਤੱਕ ਦੁੱਖ ਆਏ ਨੇ ਤੇ ਦੁੱਖ ਆਉਣੇ ਵੀ ਬਹੁਤ ਨੇ, ਪਰ ਆਪਣੀ ਕਿਰਪਾ ਜਿਹੜੀ ਹੈ ਨਾ ਤੂੰ ਬਣਾ ਕੇ ਰੱਖੀ। ਜੇ ਇੱਥੋਂ ਤੱਕ ਤੂੰ ਕਿਰਪਾ ਬਣਾ ਕੇ ਰੱਖ ਲਈ ਨਾ ਤੇ ਸਾਡਾ ਇੱਥੋਂ ਤੱਕ ਜਿਹੜਾ ਹੈ ਨਾ ਵਕਾਰ ਮਨ ਦੇ ਵਿੱਚ ਪੈਦਾ ਹੁੰਦਾ ਹੈ, ਉਹ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਵਕਾਰ ਨੇ ਨਾ, ਇਹਨਾਂ ਤੋਂ ਛੁਟਕਾਰਾ ਸਤਿਗੁਰੂ ਦੀ ਵਡਿਆਈ ਦੇ ਪਾਤਰ ਬਣ ਕੇ ਹੀ ਪਾਇਆ ਜਾਣਾ ਹੈ। ਬੰਦਾ ਜੇ ਕਵੇ ਮਾਨਸਿਕ ਤੌਰ ਤੇ ਕਿ ਬੰਦੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਕਾਰ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਤੇ ਸਤਿਗੁਰੂ ਜੀ ਕਹਿੰਦੇ ਤੋਂ ਛੁਟਕਾਰਾ ਪਾਉਣ ਵਾਸਤੇ ਵੀ ਗੁਰੂ ਦੀ ਸੰਗਤ ਨੂੰ ਧਾਰਨ ਕਰ ਲਈ। ਪਾਤਸ਼ਾਹ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਆ ਇਸ ਅੱਖਰਾਂ ਨੂੰ ਸਮਝ ਲਈਏ, ਕਰ ਪ੍ਰਸਾਦ ਗੁਰਦੇਵ, ਕਿ ਦਾਤਾ ਜੀ ਜਦੋਂ ਤੁਸੀਂ ਕਿਰਪਾ ਕਰੋਗੇ ਨਾ, ਉਦੋਂ ਸਾਡੇ ਇੱਥੋਂ ਤੱਕ ਮਨ ਦੇ ਵਿੱਚ ਤੁਹਾਡੀ ਵਡਿਆਈ, ਤੁਹਾਡਾ ਪਿਆਰ ਤੇ ਤੁਹਾਡੀ ਰਹਿਮਤ ਵੀ ਬਰਸ ਜਾਣੀ। ਜੀਵਨ ਵਿੱਚ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਪੈਦਾ ਹੋਵੇਗਾ। ਜੇ ਤਨ ਕਰਕੇ ਸਾਨੂੰ ਦੁੱਖ ਮਿਲੇਗਾ ਨਾ, ਤਨ ਕਰਕੇ, ਤੇ ਬੰਦੇ ਦੇ ਅੰਦਰ ਦੀ ਭਾਵਨਾ, ਬੰਦੇ ਦੇ ਅੰਦਰ ਦਾ ਉਹ ਪਿਆਰ ਜਿਹੜਾ ਨਾ ਵੱਖਰਾ ਅਦਾ ਹੁੰਦਾ ਹੈ। ਜੇ ਅਸੀਂ ਅੰਦਰੋਂ ਜੁਟ ਕੇ ਪੈਦਾ ਹੋ ਜਾਵਾਂਗੇ, ਜੇ ਸੇਵਾ ਕਰਨੀ ਹੈ ਤੇ ਗੁਰੂ ਨੂੰ ਸਮਰਪਿਤ ਹੋ ਕੇ ਸੱਚੇ ਮਨੋਂ ਤਨੋਂ ਕਰਿਆ ਕਰੀਏ ਕਿ ਗੁਰੂ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਬਰਕਤਾਂ ਪਾ ਦਿੰਦੇ ਨੇ, ਜੀਵਨ ਦੇ ਵਿੱਚ ਕਿਤੇ ਨਾ ਕਿਤੇ ਪਿਆਰ ਪੈਦਾ ਕਰ ਦਿੰਦੇ ਮਨ ਕਰਕੇ। ਤੇ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਹੈ, ਆਖਰਕਾਰ ਮੈਂ ਪਹਿਲਾਂ ਵੀ ਇੱਥੇ ਥੋੜ੍ਹੀ ਕੁ ਸੇਵਾ ਦੇ ਵਿੱਚ ਸਮਾਂ ਪ੍ਰਾਪਤ ਹੋਇਆ ਸੀ, ਅੱਜ ਵੀ ਸਮਾਂ ਪ੍ਰਾਪਤ ਹੋਇਆ। ਇੱਕੋ ਬੇਨਤੀ ਹੁੰਦੀ ਹੈ ਕਿ ਸਭ ਤੋਂ ਇੱਥੋਂ ਤੱਕ ਜਿਹੜਾ ਹੈ ਨਾ ਉੱਤਮ ਦਰਜਾ ਸਾਡੇ ਪਰਿਵਾਰਾਂ ਦੇ ਵਿੱਚ ਮਾਤਾ ਤੇ ਪਿਤਾ ਦਾ ਸਾਨੂੰ ਪ੍ਰਾਪਤ ਹੋਇਆ ਹੈ, ਤੇ ਵੱਧ ਚੜ ਕੇ ਜਿਹੜਾ ਇਹਨਾਂ ਮਾਪਿਆਂ ਦੀ ਸੇਵਾ ਕਰਿਆ ਕਰੀਏ, ਮਾਪਿਆਂ ਦੇ ਆਗਿਆਕਾਰ ਬਣੀਏ ਕਿ ਜਦੋਂ ਅਸੀਂ ਇਹਨਾਂ ਦੇ ਆਗਿਆਕਾਰ ਬਣ ਜਾਵਾਂਗੇ, ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਦੁੱਖ ਸਾਨੂੰ ਨਹੀਂ ਮਿਲੇਗਾ। ਜਿਵੇਂ ਆਗਿਆਕਾਰ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਜਿਵੇਂ ਆਗਿਆਕਾਰ ਸੀ ਸਤਿਗੁਰੂ ਜੀ ਦੇ ਅਨੰਨ ਦੁਲਾਰੇ ਪੁੱਤਰ ਚਾਰ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ, ਇਹਨਾਂ ਗੁਰਮੁਖਾਂ ਨੇ ਆਪਣੀ ਦਾਦੀ ਜੀ ਦਾ ਬਚਨ ਮੰਨਿਆ, ਉਹਨਾਂ ਵਿਚਾਰਾਂ ਨੂੰ ਮੰਨਿਆ, ਮਾਤਾਵਾਂ ਦੀਆਂ ਵਿਚਾਰਾਂ ਨੂੰ ਮੰਨਿਆ, ਗੁਰੂ ਪਿਤਾ ਦੀ ਆਗਿਆ ਨੂੰ ਮੰਨਿਆ, ਦਾਦਾ ਜੀ ਦੀਆਂ ਵਿਚਾਰਾਂ ਨੂੰ ਮੰਨਿਆ, ਇਨਕਾਰ ਨਹੀਂ ਕੀਤਾ। ਜੀਵਨ ਵਿੱਚ ਕਿਤੇ ਨਾ ਕਿਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ।
ਇਹ ਇੱਥੋਂ ਤੱਕ ਵਿਚਾਰ ਕਿ ਮਾਤਾ ਪਿਤਾ ਦੇ ਇੱਥੋਂ ਤੱਕ ਆਗਿਆਕਾਰ ਹੋਏ। ਇੱਕ ਬੇਨਤੀ ਹੈ ਕਿ ਸਤਿਗੁਰੂ ਜੀ ਕਿਤੇ ਨਾ ਕਿਤੇ ਰਹਿਮਤਾਂ ਜਿਹੜੇ ਸਾਡੇ ਜੀਵਨ ਵਿੱਚ ਜ਼ਰੂਰ ਵਸਾਉਂਦੇ ਨੇ। ਮਾਤਾ ਪਿਤਾ ਦੀ ਸੇਵਾ ਦੇ ਵਿੱਚ ਜਿਹੜੇ ਬੱਚੇ ਨੇ ਯਤਨਸ਼ੀਲ ਜ਼ਰੂਰ ਹੋਇਆ ਕਰੋ ਕਿ ਅੱਜ ਦੇ ਸਮੇਂ ਦੇ ਵਿੱਚ ਬੜੀ ਵੱਡੀ ਖਿਆਈ ਜਿਹੜੀ ਮਿਲ ਰਹੀ ਹੈ ਬਿਰਧ ਆਸ਼ਰਮਾਂ ਦੇ ਵਿੱਚ ਮਾਪਿਆਂ ਨੂੰ ਜਿਹੜਾ ਇਹਨਾਂ ਧੱਕੇ ਮਾਰ ਕੇ ਜਿਹੜਾ ਇਹਨਾਂ ਰੱਖਿਆ ਜਾ ਰਿਹਾ, ਘਰਾਂ ਦੇ ਵਿੱਚੋਂ ਧੱਕੇ ਮਾਰ ਕੇ ਕੱਢਿਆ ਜਾ ਰਿਹਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਇਹੀ ਸਾਡੇ ਹਿਰਦਿਆਂ ਦੇ ਵਿੱਚ ਪਿਆਰ ਜਿਹੜਾ ਨਾ ਜਾਗਦਾ ਰਵੇ। ਆਪ ਸਾਰੀ ਸਮੂਹ ਸਾਧ ਸੰਗਤ ਨੂੰ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਸਤਿਗੁਰੂ ਜੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣ। ਆਪ ਜਿੰਨੀ ਵੀ ਸੰਗਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਕਦਮ ਕਦਮ ਪੁੱਟ ਕੇ ਘਰ ਦੇ ਵਿੱਚੋਂ ਆਏ, ਪੁੱਟਿਆ ਹੋਇਆ ਕਦਮ ਦਾਸ ਦੇ ਸਿਰ ਦੇ ਮੱਥੇ ਤੇ ਸਤਿਗੁਰੂ ਜੀ ਆਪ ਜੀ ਨੂੰ ਦਰੋ ਕਰੋ ਅਸੀਸਾਂ, ਪਿਆਰ ਤੇ ਵਡਿਆਈਆਂ ਜਿਹੜੀਆਂ ਬਖਸ਼ਿਸ਼ ਕਰਨ, ਗੁਰੂ ਕਿਰਪਾ ਕਰਨ। ਇੱਥੇ ਵਿਚਾਰ ਦੀ ਸਮਾਪਤੀ ਹੈ। ਸੋ ਮੈਂ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਕਿ ਜਿਨ੍ਹਾਂ ਨੇ ਕਥਾ ਦੀ ਸੇਵਾ ਕਰਨ ਦਾ ਸਮਾਂ ਜਿਹੜਾ ਇਹਨਾਂ ਦਾਸ ਨੂੰ ਨਿਮਾਣੇ ਨੂੰ ਬਖਸ਼ਿਆ। ਸਤਿਗੁਰੂ ਕਿਰਪਾ ਕਰਨ ਜੀ। ਜਿੰਨੀ ਵੀ ਸੰਗਤ ਸਾਹਿਬ ਦੇ ਚਰਨਾਂ ਵਿੱਚ ਬੈਠੀ ਕੋਈ ਰਸਨਾ ਖਾਲੀ ਵਾਂਝੀ ਨਾ ਰਵੇ। ਅਣਜਾਣ ਅਗਿਆਨੀ ਛੋਟਾ ਜਿਹਾ ਬੱਚਾ ਸਮਝ ਕੇ ਮਾਫ ਕਰਿਓ ਜੇ। ਸੀਸ ਝੁਕਾਓ, ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।